ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਵਿੱਚ ਲਗਾਤਾਰ ਵੀਡੀਓਜ਼ ਅਸੀਂ ਅਪਲੋਡ ਕਰ ਰਹੇ ਹਾਂ ਜੀ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ। ਪੰਜਾਬੀ ਵਾਰਤਕ ਦਾ ਭਾਵ ਕਰ ਰਹੇ ਸੀ ਜੀ ਅਸੀਂ ਲੈਕਚਰ ਸੀਰੀਜ਼ ਦੇ ਵਿੱਚ। ਇਹਦੇ ਨਾਲ ਸਾਡੀ 6000 MCQ ਦੀ ਸੀਰੀਜ਼ ਵੀ ਹੈ ਜੀ। ਸਾਡੇ ਚੈਨਲ ਦੇ ਉੱਪਰ ਪੰਜਾਬੀ ਮਾਸਟਰ ਕੇਡਰ ਦੀ ਇੱਕ ਪੂਰੀ ਪਲੇਲਿਸਟ ਹੈ ਜੀ, ਜਿੱਥੋਂ ਤੁਸੀਂ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਵੀਡੀਓਜ਼ ਦੇਖ ਸਕਦੇ ਹੋ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ, ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਔਰ ਬੈਲ ਆਈਕਨ ਨੂੰ ਦਬਾਉਣਾ ਬਿਲਕੁਲ ਨਾ ਭੁੱਲੋ, ਕਿਉਂਕਿ ਡੇਲੀ ਅਸੀਂ ਵੀਡੀਓਜ਼ ਅਪਲੋਡ ਕਰਦੇ ਹਾਂ ਜੀ ਤੇ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੂਗੀ ਸਭ ਤੋਂ ਪਹਿਲਾਂ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਅੱਜ ਜਿਹੜੇ ਨਿਬੰਧਕਾਰ ਸਾਡੇ ਹੋਣਗੇ ਜੀ, ਉਹ ਹੋਣਗੇ ਗੁਰਬਖਸ਼ ਸਿੰਘ ਪ੍ਰੀਤਲੜੀ। ਗੁਰਬਖਸ਼ ਸਿੰਘ ਹੋਰਾਂ ਬਾਰੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜੀ। ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ। ਗੁਰਬਖਸ਼ ਸਿੰਘ ਦਾ ਜਨਮ ਹੋਇਆ ਜੀ 26 ਅਪ੍ਰੈਲ 1895 ਸਿਆਲਕੋਟ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਔਰ ਜਿਹੜੀ ਇਹਨਾਂ ਦੀ ਮੌਤ ਹੋਈ 20 ਅਗਸਤ 1978 PGI ਚੰਡੀਗੜ੍ਹ ਦੇ ਵਿੱਚ। ਕਾਰਜ ਖੇਤਰ ਇਹਨਾਂ ਦਾ ਰਿਹਾ ਜੀ ਕਹਾਣੀਕਾਰ ਵੀ ਰਹੇ ਹੈ, ਨਾਵਲਕਾਰ, ਨਾਟਕਕਾਰ ਔਰ ਨਿਬੰਧਕਾਰ, ਵਾਰਤਕ ਦੇ ਲੇਖਕ ਔਰ ਸੰਪਾਦਕ ਵੀ ਰਹੇ ਹੈ। ਇਹਨਾਂ ਨੇ ਸੰਪਾਦਨਾ ਕੀਤੀ। ਤੋਂ ਸਮੁੱਚੇ ਜਿਹੜੇ ਵਿਧਾਵਾਂ ਹੈਗੀਆਂ ਸਾਹਿਤ ਦੀਆਂ, ਉਹਨਾਂ ਦੇ ਕਾਫੀ ਦੇ ਉੱਪਰ ਇਹਨਾਂ ਦੀ ਕਲਮ ਜਿਹੜੀ ਚੱਲੀ ਹੈ। ਭਾਸ਼ਾ ਪੰਜਾਬੀ ਨੂੰ ਇਹਨਾਂ ਚੁਣਿਆ ਜੀ। ਜੀਵਨ ਕਾਲ 1930 ਤੋਂ 1977 ਤੱਕ ਇਹਨਾਂ ਦਾ ਰਿਹਾ ਹੈ ਜੀ। ਰਚਨਾ ਕਾਲ, ਜੀਵਨ ਕਾਲ ਕਹਿ ਗਿਆ ਸੀ ਮੈਂ ਗਲਤੀ ਦੇ ਨਾਲ, ਰਚਨਾ ਕਾਲ ਜਿਹੜਾ ਜਿਸ ਟਾਈਮ ਦੇ ਵਿੱਚ ਇਹਨਾਂ ਨੇ ਆਪਣੀ ਸਾਰੀ ਰਚਨਾ ਕੀਤੀ ਹੈ। ਵਿਧਾ ਦੀ ਅਸੀਂ ਗੱਲ ਕਰ ਲਈ ਜੀ, ਕਹਾਣੀ ਔਰ ਨਿਬੰਧ। ਜਿਹੜਾ ਵਿਸ਼ਾ ਇਹਨਾਂ ਦਾ ਰਿਹਾ ਉਹ ਸਰਬ ਸਾਂਝੀਵਾਲਤਾ ਰਿਹਾ। ਠੀਕ ਹੈ ਜੀ, ਜਿੱਦਾਂ ਅਸੀਂ ਪਿੱਛੇ ਜ਼ਿਕਰ ਕੀਤਾ ਸੀ ਕੁਝ ਨਿਬੰਧਕਾਰਾਂ ਦਾ ਕਿ ਉਹਨਾਂ ਨੇ ਸਿੱਖ ਜਿਹੜੀ ਵਿਰਾਸਤ ਹੈ ਜਾਂ ਸਿੱਖ ਪਰੰਪਰਾਵਾਂ ਹੈਗੀਆਂ ਉਹਨਾਂ ਦੇ ਬਾਰੇ 'ਚ ਜ਼ਿਆਦਾ ਆਪਣੀ ਰਚਨਾ ਕੀਤੀ ਹੈ, ਪਰ ਗੁਰਬਖਸ਼ ਸਿੰਘ ਹੋਰਾਂ ਨੇ ਜਿਹੜਾ ਸਰਬ ਸਾਂਝੀਵਾਲਤਾ ਨੂੰ ਵਿਸ਼ੇ ਦੇ ਤੌਰ 'ਤੇ ਲਿਆ। ਅੱਗੇ ਇਹਨਾਂ ਦੀ ਗੱਲ ਕਰਾਂਗੇ ਜੀ। ਇਹਨਾਂ ਦੇ ਜਿਹੜੇ ਵਿਚਾਰ ਹੈ ਜੀ, ਉਹਨਾਂ ਦੇ ਉੱਪਰ ਮਾਰਕਸਵਾਦੀ ਜਿਹੜਾ ਪ੍ਰਭਾਵ ਹੈ ਉਹ ਲੁਕ ਨਹੀਂ ਸਕਿਆ। ਇਸ ਪੀੜ੍ਹੀ ਦੇ ਜਿੰਨੇ ਵੀ ਸਾਹਿਤਕਾਰ ਹੋਏ ਹੈ ਸਾਰਿਆਂ ਦੇ ਉੱਪਰ ਇਹ ਪ੍ਰਭਾਵ ਜਿਹੜਾ ਉਹ ਰਿਹਾ ਹੈ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਤੋਂ ਜਨਮ ਦੀ ਗੱਲ ਹੋ ਗਈ ਜੀ 26 ਅਪ੍ਰੈਲ 1895 ਨੂੰ। ਤੋਂ ਜਿਹੜੀ ਇਹਨਾਂ ਦੀ ਮੌਤ ਹੈ 20 ਅਗਸਤ 1978 ਨੂੰ ਹੋਈ ਸੀਗੀ। ਤੋਂ ਪੰਜਾਬੀ ਭਾਸ਼ਾ ਦੇ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਔਰ ਵਾਰਤਕ ਲੇਖਕ ਅਤੇ ਸੰਪਾਦਕ ਜਿਹੜੇ ਗੁਰਬਖਸ਼ ਸਿੰਘ ਪ੍ਰੀਤਲੜੀ ਉਹ ਰਹੇ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜੀ ਅੱਖਰਾਂ ਦਾ ਸਾਈਜ਼ ਜਿਹੜਾ ਉਹ ਵੱਡਾ ਹੋਵੇ, ਕਿਉਂਕਿ ਕੁਝ ਬੱਚਿਆਂ ਦੇ ਕਮੈਂਟ ਸੀਗੇ ਕਿ ਸਰ ਪੜ੍ਹਨ ਦੇ ਵਿੱਚ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਸਕਰੀਨ ਦੇ ਉੱਪਰ ਅੱਖਰ ਦੇਖਣ ਦੇ ਵਿੱਚ ਦਿੱਕਤ ਆ ਰਹੀ ਹੈ। ਉਹਦੇ ਲਈ ਅਸੀਂ ਮਾਫੀ ਚਾਹੁੰਦੇ ਜੀ। ਹੁਣ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਜ਼ਿਆਦਾ ਵਧੀਆ ਕਰਕੇ ਉਹਨਾਂ ਨੂੰ ਬਣਾ ਸਕੀਏ। ਤੋਂ ਇਹਨਾਂ ਦੇ ਫਾਦਰ ਦਾ ਜਿਹੜਾ ਨਾਮ ਸੀਗਾ ਜੀ ਉਹ ਪਿਛੌਰਾ ਸਿੰਘ ਔਰ ਮਾਤਾ ਦਾ ਨਾਮ ਸੀ ਮਿਲਣੀ ਕੌਰ। ਠੀਕ ਹੈ ਜੀ, 7 ਸਾਲ ਦੀ ਉਮਰ ਦੇ ਵਿੱਚ ਜਦੋਂ ਇਹਨਾਂ ਦੀ ਉਮਰ 7 ਸਾਲ ਸੀਗੀ, ਇਹਨਾਂ ਦੇ ਫਾਦਰ ਜਿਹੜੇ ਸੀਗੇ ਪਿਤਾ ਜੀ, ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਇਹਨਾਂ ਦੇ ਜੀਵਨ ਸੰਬੰਧੀ ਗੱਲ ਕਰ ਲਈਏ ਜੀ। ਕਿਹਾ ਜਾਂਦਾ ਜੀ ਕਿ ਗੁਰਬਖਸ਼ ਸਿੰਘ ਕਾਫੀ ਆਸ਼ਾਵਾਦੀ ਔਰ ਸੁਪਨਸਾਜ਼ ਮਨੁੱਖ ਸੀ। ਸੁਪਨਸਾਜ਼ ਦਾ ਮਤਲਬ ਹੁੰਦਾ ਜੀ ਕਿ ਜਿਹੜਾ ਸੁਪਨਿਆਂ ਦੀ ਸਿਰਜਣਾ ਕਰਦਾ, ਫਿਰ ਉਹਨਾਂ ਸੁਪਨਿਆਂ ਦਾ ਪਿੱਛਾ ਕਰਨ ਵਾਲਾ ਮਨੁੱਖ ਸੀਗਾ। ਤੇ ਉਹਨਾਂ ਦਾ ਜਿਹੜਾ ਬਰਟਰਾਡ ਰਸਲ ਜਿੱਦਾਂ ਇੱਕ ਲੇਖਕ ਹੈ ਜੀ, ਉਹਨਾਂ ਦੀ ਤਰ੍ਹਾਂ ਹੀ ਉਹ ਸਾਰੀ ਦੁਨੀਆ ਨੂੰ ਇੱਕ ਭਾਈਚਾਰੇ ਦੇ ਤੌਰ 'ਤੇ ਦੇਖਣਾ ਚਾਹੁੰਦੇ ਸੀ। ਮਤਲਬ ਜਿੱਦਾਂ ਸਰਹੱਦਾਂ ਹੈਗੀਆਂ, ਦੇਸ਼ ਹੈਗੇ, ਅਲੱਗ-ਅਲੱਗ ਵੰਡਾਂ ਹੈਗੀਆਂ, ਉਹ ਸਾਰੀਆਂ ਖਤਮ ਹੋ ਜਾਣ, ਸਾਰੀ ਦੁਨੀਆ ਸਿਰਫ ਇੱਕ ਆਪਸ ਦੇ ਵਿੱਚ ਪਿਆਰ ਦੇ ਨਾਲ, ਭਾਈਚਾਰੇ ਦੇ ਨਾਲ ਰਹੇ। ਤੋਂ ਉਹਨਾਂ ਨੇ ਜਿਹੜੇ ਜਿੱਦਾਂ ਅਸੀਂ ਮਾਰਕਸਵਾਦ ਦੀ ਗੱਲ ਕੀਤੀ ਸੀ, ਆਰਥਿਕ ਔਰ ਜਿਹੜਾ ਸਮਾਜਿਕ ਬਰਾਬਰੀ ਸੀਗੀ, ਸਮਾਜਵਾਦ ਦੇ ਅਸੂਲ ਸੀਗੇ, ਉਹਨਾਂ ਦੇ ਉਹ ਸਮਰਥਕ ਰਹੇ ਹੈ। ਗੁਰਬਖਸ਼ ਸਿੰਘ ਹੋਰੀ ਉਹ ਚਾਹੁੰਦੇ ਸੀਗੇ ਕਿ ਜਿਹੜੇ ਮਜ਼ਦੂਰ, ਕਿਸਾਨ, ਗਰੀਬ ਤਬਕਾ ਉਹਨਾਂ ਨੂੰ ਵੀ ਉਸ ਤਰ੍ਹਾਂ ਦੀਆਂ ਸਹੂਲਤਾਂ ਮਿਲਣ, ਉਹਨਾਂ ਦੇ ਨਾਲ ਜਿਹੜਾ ਭੇਦਭਾਵ ਹੈ ਉਹ ਖਤਮ ਹੋਵੇ। ਇਸੇ ਤਰ੍ਹਾਂ ਸਮਾਜ ਦੇ ਵਿੱਚ ਜੋ ਜਾਤ ਪਾਤ, ਰੰਗ, ਨਸਲ, ਉੱਚੇ ਨੀਵੇਂ ਦਾ ਜੋ ਫਰਕ ਹੈ ਨਾ, ਉਹ ਤੋਂ ਦੂਰ ਹੋ ਜਾਵੇ ਔਰ ਅਜਿਹਾ ਜੀਵਨ ਬਤੀਤ ਕੀਤਾ ਜਾਵੇ ਜਿੱਥੇ ਇੱਕ ਸਰਬ ਸਾਂਝੀਵਾਲਤਾ ਹੋਵੇ, ਸਾਰਿਆਂ ਲਈ ਬਰਾਬਰ ਦੇ ਮੌਕੇ ਹੋਣ। ਠੀਕ ਹੈ ਜੀ, ਤੋਂ ਅਸੀਂ ਗੱਲ ਕਰ ਚੁੱਕੇ ਹਾਂ ਜੀ ਕਿ ਮਾਰਕਸਵਾਦੀ ਜਿਹੜੀ ਵਿਚਾਰਧਾਰਾ ਉਹਨਾਂ ਦੇ ਨੇੜੇ ਸੀਗੇ। ਤੇ ਉਹਨਾਂ ਨੇ ਕਿਉਂਕਿ ਮੈਕਸਿਮ ਗੋਰਕੀ ਜਿਹੜੇ ਉਹਨਾਂ ਦਾ ਰੂਸੀ ਨਾਵਲ ਹੈ ਜੀ ਮਾਂ, ਉਸ ਨਾਵਲ ਦਾ ਪੰਜਾਬੀ ਦੇ ਵਿੱਚ ਅਨੁਵਾਦ ਵੀ ਕੀਤਾ ਹੈ। ਠੀਕ ਹੈ ਜੀ, ਪੇਪਰ ਨਾਲ ਸੰਬੰਧਿਤ ਕੁਐਸਚਨ ਹੋ ਸਕਦਾ
ਕਿ ਮੈਕਸਿਮ ਗੋਰਕੀ ਦਾ ਜਿਹੜਾ ਨਾਵਲ ਹੈ ਉਹਦਾ ਅਨੁਵਾਦ ਕਿਹਨੇ ਕੀਤਾ ਜੀ? ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਠੀਕ ਹੈ ਜੀ। 1971 ਦੇ ਵਿੱਚ ਉਹਨਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਪੁਰਸਕਾਰਾਂ ਦੇ ਨਾਲ ਸੰਬੰਧਿਤ ਕੁਐਸਚਨ ਅਕਸਰ ਜਿਹੜੇ ਪੇਪਰ ਦੇ ਵਿੱਚ ਉਹ ਪੁੱਛੇ ਜਾਂਦੇ ਆ ਜੀ। ਸੋਵੀਅਤ ਨਹਿਰੂ ਪੁਰਸਕਾਰ ਉਹਨਾਂ ਨੂੰ ਪ੍ਰਾਪਤ ਹੋਇਆ 1971 ਦੇ ਵਿੱਚ। ਠੀਕ ਹੈ ਜੀ। ਗੁਰਬਖਸ਼ ਸਿੰਘ ਨੇ ਪੰਜਾਬੀ ਦੇ ਵਿੱਚ ਇੱਕ ਵਿਚਾਰਧਾਰਾ ਜਿਹੜੀ ਲੈ ਕੇ ਆਉਂਦੀ ਸੀ, ਉਹਨਾਂ ਦੀ ਵਿਚਾਰਧਾਰਾ ਸੀਗੀ ਕਿ ਪਿਆਰ ਕਬਜ਼ਾ ਨਹੀਂ ਪਛਾਣ ਹੈ। ਠੀਕ ਹੈ ਜੀ। ਇਹ ਵਿਚਾਰਧਾਰਾ ਜਿਹੜੇ ਉਹ ਲੈ ਕੇ ਆਏ। ਜਿੰਨੀਆਂ ਵੀ ਉਹਨਾਂ ਦੀਆਂ ਰਚਨਾਵਾਂ ਹੈਗੀਆਂ, ਉਹਨਾਂ ਸਾਰੀਆਂ ਰਚਨਾਵਾਂ ਦੇ ਵਿੱਚ ਇਹੀ ਸਿਧਾਂਤ ਜਿਹੜਾ ਉਹਨਾਂ ਦਾ ਦੇਖਣ ਨੂੰ ਮਿਲਦਾ, ਪਿਆਰ ਕਬਜ਼ਾ ਨਹੀਂ ਪਛਾਣ ਹੈ। ਅਰਥ ਕੀ ਹੈ ਪਿਆਰ ਕਬਜ਼ਾ ਨਹੀਂ ਪਛਾਣ ਦਾ? ਮਤਲਬ ਜਦੋਂ ਕਿਸੇ ਦੇ ਨਾਲ ਸਾਨੂੰ ਪਿਆਰ ਹੁੰਦਾ ਜੀ, ਫਿਰ ਕੋਸ਼ਿਸ਼ ਕੀ ਹੈ, ਜਿੱਦਾਂ ਇੱਕ ਹੈ ਨਾ ਚੀਜ਼ ਕਿ ਜਦੋਂ ਮਤਲਬ ਜਿੱਦਾਂ ਹੁਣ ਅਸੀਂ ਪਿਆਰ ਸੰਬੰਧ ਦੀ ਗੱਲ ਕਰੀਏ, ਅਫੇਅਰ ਜਿਹਨੂੰ ਆਪਾਂ ਕਹਿੰਦੇ ਵਿਆਹ ਦੇ ਨਾਲ, ਉੱਥੇ ਕੀ ਹੈ ਕਿ ਸਾਨੂੰ ਕਿਸੇ ਦੇ ਨਾਲ ਪਿਆਰ ਹੈ, ਉਹ ਤੋਂ ਬਾਅਦ ਮੰਨ ਲਓ ਉਹਦੇ ਨਾਲ ਵਿਆਹ ਹੋ ਗਿਆ, ਫਿਰ ਸਾਡੀ ਕੀ ਕੋਸ਼ਿਸ਼ ਹੁੰਦੀ ਹੈ, ਉਹਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਹੱਕ ਜਤਾਉਣ ਦੀ। ਜਦਕਿ ਗੁਰਬਖਸ਼ ਸਿੰਘ ਜਿਹੜਾ ਹੈਗਾ ਉਹ ਕੀ ਚੀਜ਼ ਲੈ ਕੇ ਆਉਂਦਾ ਕਿ ਪਿਆਰ ਦਾ ਅਰਥ ਕਿਸੇ ਦੇ ਉੱਪਰ ਕਬਜ਼ਾ ਕਰਨਾ ਨਹੀਂ, ਬਲਕਿ ਉਹਨੂੰ ਪਹਿਚਾਣਨਾ, ਉਹਦੀਆਂ ਲੋੜਾਂ ਜ਼ਰੂਰਤਾਂ ਉਹਨਾਂ ਦੀ ਪਹਿਚਾਣ ਕਰਨਾ, ਇਸ ਚੀਜ਼ ਨੂੰ ਉਹਨੇ ਪਿਆਰ ਕਿਹਾ, ਨਾ ਕਿ ਕਿਸੇ ਦੇ ਉੱਪਰ ਕਬਜ਼ਾ ਕਰਨ ਨੂੰ। ਤੋ ਇਸੇ ਤਰ੍ਹਾਂ ਜਿਹੜੀ ਇਹ ਉਹਨਾਂ ਦੀ ਭਾਵਨਾ ਹੈ ਜਾਂ ਜਿਹੜਾ ਇਹ ਸਿਧਾਂਤ ਹੈ, ਤੋ ਪਲੈਟੋ ਦਾ ਜਿਹੜਾ ਅਫਲਾਤੂਨੀ ਪਿਆਰ ਦੀ ਜਿਹੜੀ ਤਰਜ਼ ਦੇ ਉੱਪਰ ਗੁਰਬਖਸ਼ ਸਿੰਘ ਜਿਹੜਾ ਉਹ ਪਿਆਰ ਨੂੰ ਕਬਜ਼ੇ ਦੀ ਭਾਵਨਾ ਨਾਲ ਬੇਮੇਲ ਦੱਸਦਾ। ਠੀਕ ਹੈ ਜੀ। ਉਹ ਸਹਿਜ ਪਿਆਰ ਦੀ ਧਾਰਨਾ ਦੀ ਉਹਨੇ ਵਿਆਖਿਆ ਕੀਤੀ ਹੈ। ਪ੍ਰੀਤਲੜੀ ਜਿਹੜਾ ਉਹਨਾਂ ਦਾ ਰਿਹਾ ਜੀ ਮੈਗਜ਼ੀਨ, ਉਹਦੇ ਵਿੱਚ ਉਹਨਾਂ ਦੇ ਸੰਪਾਦਕੀ ਲੇਖ ਛਪਦੇ ਰਹੇ। ਪ੍ਰੀਤ ਝਰੋਖੇ ਵਿੱਚੋਂ ਉਹਨਾਂ ਦੇ ਕਾਲਮ ਸੀਗਾ, ਕਾਲਮ ਦਾ ਨਾਮ ਸੀ ਪ੍ਰੀਤ ਝਰੋਖੇ ਵਿੱਚੋਂ। ਠੀਕ ਹੈ ਜੀ। ਇਹਦੇ ਕਰਕੇ ਉਹਨਾਂ ਦਾ ਨਾਮ ਜਿਹੜਾ ਪ੍ਰੀਤਲੜੀ ਵੀ ਉਹ ਤੁਸੀਂ ਜਾਣਦੇ ਹੀ ਹੈ ਜੀ। ਤੇ ਸਿਹਤ ਸੰਬੰਧੀ ਜਿਹੜੇ ਉਹਨਾਂ ਦੇ ਲੇਖ ਸੀਗੇ, ਉਹਨਾਂ ਨੇ ਨੌਜਵਾਨਾਂ ਦੇ ਵਿੱਚ ਨਰੋਈ ਸੋਚ ਨੂੰ ਵਿਕਸਿਤ ਕਰਨ ਦੀ ਅਹਿਮ ਭੂਮਿਕਾ ਨਿਭਾਈ ਹੈ। ਸਿਹਤ ਸੰਬੰਧੀ ਵੀ ਉਹਨਾਂ ਨੇ ਲੇਖ ਲਿਖੇ ਆ ਜੀ, ਤੇ ਉਹਨਾਂ ਦੀ ਜਿਹੜੇ ਲੇਖਾਂ ਦੀ ਚਰਚਾ ਰਹੀ ਹੈ ਆਮ ਲੋਕਾਂ। ਥੋੜ੍ਹੀ ਜਿਹੀ ਉਹਨਾਂ ਦੀ ਪੜ੍ਹਾਈ ਲਿਖਾਈ ਦੀ ਗੱਲ ਕਰ ਲਈਏ ਜੀ। ਸਿਆਲਕੋਟ ਤੋਂ 10ਵੀਂ ਕੀਤੀ ਜੀ, ਫਿਰ FC ਕਰਨ ਦੇ ਲਈ ਉਹ ਚਲੇ ਗਏ ਲਾਹੌਰ। ਉੱਥੇ ਫਿਰ ਉਹਨਾਂ ਨੇ ਉੱਚੀ ਸਿੱਖਿਆ ਲਈ ਦਾਖਲਾ ਲੈ ਲਿਆ, ਪਰ ਆਰਥਿਕ ਤੰਗੀ, ਹੁਣ ਜਿੱਦਾਂ ਅਸੀਂ ਗੱਲ ਕਰਦੇ ਸੀ ਕਿ ਉਹਨਾਂ ਦੇ ਫਾਦਰ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ, ਇਸ ਲਈ ਉਹ ਫਿਰ ਪੜ੍ਹਾਈ ਛੱਡ ਕੇ ਕਾਲਜ ਉਹਨਾਂ ਨੇ 15 ਰੁਪਏ ਮਹੀਨੇ ਦੇ ਉੱਪਰ ਕਲਰਕ ਦੀ ਇੱਕ ਨੌਕਰੀ ਕਰ ਲਈ। ਠੀਕ ਹੈ ਜੀ। ਤੇ ਥੋੜ੍ਹੇ ਸਮੇਂ ਬਾਅਦ ਫਿਰ ਥਾਪਸਨ ਸਿਵਲ ਇੰਜੀਨੀਅਰਿੰਗ ਕਾਲਜ ਰੁੜਕੀ ਦੇ ਵਿੱਚ ਦਾਖਲਾ ਲੈ ਲਿਆ। 1913 ਦੇ ਵਿੱਚ ਇੰਜੀਨੀਅਰਿੰਗ ਕੀਤੀ। ਹੁਣ ਹੈ ਤਾਂ ਇਹ ਇੰਜੀਨੀਅਰ ਬਣਨ ਦੇ ਲਈ ਗਿਆ ਸੀਗਾ ਥਾਪਸਨ ਸਿਵਲ ਇੰਜੀਨੀਅਰਿੰਗ ਕਾਲਜ ਰੁੜਕੀ ਦੇ ਵਿੱਚ, ਪਰ ਅਸਲ ਦੇ ਵਿੱਚ ਗੁਰਬਖਸ਼ ਸਿੰਘ ਜਿਹੜਾ ਉਹ ਸ਼ਬਦਾਂ ਦਾ ਇੰਜੀਨੀਅਰ ਬਣਿਆ। ਠੀਕ ਹੈ ਜੀ। ਉਹ ਮਕੈਨੀਕਲ ਇੰਜੀਨੀਅਰ ਨਹੀਂ ਬਣਿਆ, ਉਹ ਸ਼ਬਦਾਂ ਦਾ ਇੰਜੀਨੀਅਰ ਬਣਿਆ। ਸ਼ਬਦਾਂ ਦਾ ਇੰਜੀਨੀਅਰ ਕਿਵੇਂ ਬਣਿਆ? ਹੁਣ ਤੁਹਾਨੂੰ ਪਤਾ ਕਿ ਉਹਨੇ ਜਿਹੜੀਆਂ ਚੀਜ਼ਾਂ ਸਿਰਜੀਆਂ ਉਹ ਇੰਜੀਨੀਅਰਿੰਗ ਦੇ ਨਾਲ ਨਹੀਂ, ਸ਼ਬਦਾਂ ਦੇ ਨਾਲ ਸਿਰਜੀਆਂ। ਉਹਨਾਂ ਦੇ ਨਾਵਲ, ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੇ ਨਾਟਕ, ਜਿਹੜੀ ਵਾਰਤਕ ਲਿਖੀ, ਉਹਨਾਂ ਦੇ ਜਿਹੜੇ ਲੇਖ ਹੈ, ਸੰਪਾਦਨਾ ਜਿਹੜੀ ਕੀਤੀ, ਉਹ ਸਾਰਾ ਕੁਝ ਜਿਹੜਾ ਉਹਨਾਂ ਦਾ ਸ਼ਬਦਾਂ ਦੀ ਇੰਜੀਨੀਅਰਿੰਗ, ਇਹਨਾਂ ਨੂੰ ਆਪਾਂ ਸ਼ਬਦਾਂ ਦਾ ਇੰਜੀਨੀਅਰ ਕਹਿ ਸਕਦੇ ਹਾਂ। ਠੀਕ ਹੈ ਜੀ। ਉਹ ਤੋਂ ਬਾਅਦ ਫੌਜ ਦੇ ਵਿੱਚ ਭਰਤੀ ਹੋ ਗਏ ਜੀ। ਫੌਜ ਵਿੱਚ ਭਰਤੀ ਹੋ ਕੇ ਇਰਾਕ ਤੇ ਈਰਾਨ ਚਲੇ ਗਏ। ਉੱਥੇ ਫਿਰ ਉਹਨਾਂ ਦੀ ਮੁਲਾਕਾਤ ਹੋਈ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ। ਉਹਨਾਂ ਦੀ ਸਲਾਹ ਤੇ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ। ਠੀਕ ਹੈ ਜੀ। 1922 ਦੇ ਵਿੱਚ BSc ਇੰਜੀਨੀਅਰਿੰਗ ਕੀਤੀ ਉਹਨਾਂ ਨੇ, ਤੇ ਜਦੋਂ ਦੇਸ਼ ਵਾਪਸ ਆਏ ਫਿਰ ਕਾਫੀ ਭੱਜ ਦੌੜ ਤੋਂ ਬਾਅਦ ਰੇਲਵੇ ਵਿੱਚ ਨੌਕਰੀ ਮਿਲ ਗਈ। ਠੀਕ ਹੈ ਜੀ। ਰੇਲਵੇ ਵਿੱਚ ਇੰਜੀਨੀਅਰ ਲੱਗ ਗਏ, ਪਰ ਇੰਜੀਨੀਅਰ ਅਸਲ ਦੇ ਵਿੱਚ ਉਹ ਸੀ ਸ਼ਬਦਾਂ ਦਾ। ਚਲੋ ਅੱਗੇ ਗੱਲ ਕਰਾਂਗੇ। 1932 ਵਿੱਚ ਇਸ ਨੌਕਰੀ ਤੋਂ ਮੁਕਤ ਹੋ ਕੇ ਨੌਸ਼ੇਰੇ ਦੇ ਸਥਾਨ ਤੇ ਜ਼ਮੀਨ ਲੈ ਲਈ। ਉੱਥੇ ਆਧੁਨਿਕ ਢੰਗ ਦੇ ਨਾਲ ਉਹਨਾਂ ਨੇ ਕਿਆ ਕੀਤਾ ਜੀ, ਖੇਤੀ ਕਰਨੀ ਸ਼ੁਰੂ ਹੋ ਗਈ। ਹੁਣ ਉਹਨਾਂ ਦੀ ਸੋਚ ਕਿਆ ਸੀਗੀ ਕਿ ਇੱਕ ਆਦਰਸ਼ ਜਿਹੜਾ ਸਮਾਜ ਹੈ ਉਹਦੀ ਸਥਾਪਨਾ ਦੇ ਲਈ ਲੋਕਾਂ ਦੇ ਅੰਦਰ ਉਤਸ਼ਾਹ ਪੈਦਾ ਕੀਤਾ ਜਾਵੇ। ਉਹਦੇ ਲਈ ਉਹਨਾਂ ਨੇ ਕਿਆ ਕੀਤਾ, ਇੱਕ ਮਾਸਿਕ ਰਸਾਲਾ ਮੈਗਜ਼ੀਨ ਜਿਹੜਾ ਉਹ ਸ਼ੁਰੂ ਕੀਤਾ, ਉਹਦਾ ਨਾਮ ਸੀ ਪ੍ਰੀਤਲੜੀ। ਕਦੋਂ ਹੋਇਆ ਜੀ? 1933 ਸਤੰਬਰ ਦੇ ਮਹੀਨੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਜੀ। ਔਰ ਜਿਹੜਾ ਇਹ ਪ੍ਰੀਤਲੜੀ ਹੈ ਜੀ ਬਹੁਤ ਜ਼ਿਆਦਾ ਮਸ਼ਹੂਰ ਰਿਹਾ, ਔਰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ ਦੇ ਵਿੱਚ ਇੱਕ ਮੁਕਾਮ ਸੀਗਾ, ਮਾਰਕਾ ਸੀਗਾ, ਮੀਲ ਦਾ ਪੱਥਰ ਜਿਹਨੂੰ ਕਿਹਾ ਜਾ ਸਕਦਾ। ਬਹੁਤ ਜ਼ਿਆਦਾ ਇਹ ਹਰਮਨ ਪਿਆਰਾ ਉਹਨਾਂ ਦਾ ਹੋਇਆ ਸੀ। ਅੱਗੇ ਗੱਲ ਕਰਦੇ ਹਾਂ ਜੀ ਪ੍ਰੀਤਨਗਰ ਦੀ। ਹੁਣ ਜਿੱਦਾਂ ਅਸੀਂ ਪੜ੍ਹਿਆ ਕਿ ਉਹਨਾਂ ਦੇ ਅੰਦਰ ਇਹ ਭਾਵ ਸੀਗਾ ਕਿ ਬਰਾਬਰੀ ਦਾ ਜਿਹੜਾ ਸੰਕਲਪ ਹੈ ਉਹ ਸਾਰੀਆਂ ਚੀਜ਼ਾਂ ਆਉਣ। ਠੀਕ ਹੈ ਜੀ। 1936 ਦੇ ਵਿੱਚ ਉਹ ਕੀ ਹੋਇਆ ਜੀ, ਮਾਡਲ ਟਾਊਨ ਲਾਹੌਰ ਦੇ ਵਿੱਚ ਆ ਗਿਆ, ਤੇ ਉਹ ਤੋਂ 2 ਸਾਲ ਬਾਅਦ 1938 ਦੇ ਵਿੱਚ ਉਹਨਾਂ ਨੇ 15 ਏਕੜ ਜ਼ਮੀਨ ਲੈ ਲਈ ਲਾਹੌਰ ਔਰ ਅੰਮ੍ਰਿਤਸਰ ਦੇ ਵਿਚਾਲੇ। ਉੱਥੇ ਉਹਨਾਂ ਨੇ ਇੱਕ ਪ੍ਰੀਤਨਗਰ ਬਣਾਇਆ।
ਪਰ ਪ੍ਰੀਤਨਗਰ ਦਾ ਅਰਥ ਹੁੰਦਾ ਜੀ ਪਿਆਰ ਦਾ, ਪ੍ਰੀਤ ਦਾ ਅਰਥ ਹੈ ਪਿਆਰ, ਪ੍ਰੇਮ ਦਾ ਨਗਰ ਜਿੱਥੇ ਕੋਈ ਲੜਾਈ ਝਗੜਾ ਵਿਤਕਰਾ ਨਾ ਹੋਵੇ। ਪਰ ਦੁਖਾਂਤ ਦੀ ਗੱਲ ਹੋਈ ਜੀ ਕਿ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਉਹਨਾਂ ਦਾ ਇਹ ਵਸਾਇਆ ਹੋਇਆ ਪ੍ਰੀਤਨਗਰ ਜਿਹੜਾ ਉਹ ਉਜੜ ਗਿਆ। ਫਿਰ ਉਹਨਾਂ ਦਾ ਦਿੱਲੀ ਲੱਗਿਆ 1950 ਦੇ ਵਿੱਚ, ਉਹ ਫਿਰ ਦਿੱਲੀ ਆ ਗਏ ਜੀ। ਦਿੱਲੀ ਆ ਕੇ ਉਹਨਾਂ ਨੇ ਫਿਰ ਦੁਬਾਰਾ ਤੋਂ ਪ੍ਰੀਤਨਗਰ ਜਿਹੜਾ ਉਹਦੀ ਪੁਨਰ ਸਥਾਪਨਾ ਕੀਤੀ। ਦੁਬਾਰਾ ਫਿਰ ਉਹਨਾਂ ਨੇ ਆਪਣਾ ਪ੍ਰੀਤਨਗਰ ਜਿਹੜਾ ਦਿੱਲੀ ਦੇ ਵਿੱਚ ਸਥਾਪਿਤ ਕੀਤਾ ਤੇ ਆਖਰੀ ਸਾਹ ਤੱਕ ਉੱਥੇ ਰਹੇ। ਕਾਫੀ ਜਿਹੜੇ ਮਸ਼ਹੂਰ ਪੰਜਾਬੀ ਦੇ ਸਾਹਿਤਕਾਰਾਂ ਨੂੰ ਉਹਨਾਂ ਨੇ ਉੱਥੇ ਰਹਿਣ ਦਾ ਸੱਦਾ ਦਿੱਤਾ। 1940 ਦੇ ਵਿੱਚ ਫਿਰ ਉਹਨਾਂ ਨੇ ਇੱਕ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ। ਬਾਲ ਸਾਹਿਤ ਵੀ ਉਹਨਾਂ ਨੇ ਰਚਿਆ ਜੀ, ਅੱਗੇ ਅਸੀਂ ਗੱਲ ਕਰਦੇ ਹਾਂ। ਤੋ ਜੇ ਅਸੀਂ ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਨਾ ਉਹ ਹਰ ਪੱਖ ਜਿਹੜਾ ਹੈਗਾ ਉਹਦੇ ਉੱਪਰ ਉਹਨਾਂ ਨੇ ਰਚਨਾ ਕੀਤੀ। ਉਹ ਚਾਹੇ ਧਰਮ ਹੋਵੇ, ਸਮਾਜ ਹੋਵੇ, ਇਖਲਾਕ ਹੋਵੇ, ਮਨੋਵਿਗਿਆਨ ਹੋਵੇ, ਚਾਹੇ ਕਾਮ ਹੈ ਜਾਂ ਸਾਹਿਤ ਦੀ ਆਲੋਚਨਾ ਹੋਵੇ, ਕਿਸੇ ਸ਼ਖਸੀਅਤ ਦੇ ਬਾਰੇ ਦੇ ਵਿੱਚ ਹੋਵੇ, ਸੱਭਿਆਚਾਰ ਦੇ ਬਾਰੇ 'ਚ, ਲਗਭਗ ਸਾਰੇ ਵਿਸ਼ਿਆਂ ਦੇ ਉੱਪਰ ਜਿਹੜੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਕਲਮ ਉਹ ਚਲਾਈ ਹੈ। ਅਨੁਵਾਦ ਵੀ ਉਹਨਾਂ ਨੇ ਕੀਤੇ ਆ ਜੀ। ਅੱਗੇ ਅਸੀਂ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਜੀ ਉਹਨਾਂ ਦੀ ਜ਼ਿਕਰ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋਊਗੀਆਂ। ਜਿਹੜੀਆਂ ਨਿਬੰਧ ਦੀਆਂ ਪੁਸਤਕਾਂ ਉਹਨਾਂ ਦੀਆਂ ਹੈਗੀਆਂ ਜੀ, ਉਹ ਹੈਗੀ ਹੈ ਸਾਵੀਂ ਪੱਧਰੀ ਜ਼ਿੰਦਗੀ, ਪ੍ਰਸੰਨ ਲੰਮੀ ਉਮਰ, ਇਹ ਉਹਨਾਂ ਦੇ ਲੇਖ ਹੈਗੇ ਜੀ। ਸਵੈ ਪੂਰਨਤਾ ਦੀ ਲਗਨ, ਇੱਕ ਦੁਨੀਆ ਦੇ 13 ਸੁਪਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪਰਮ ਮਨੁੱਖ, ਮੇਰੇ ਝਰੋਖੇ 'ਚੋਂ, ਖੁੱਲ੍ਹਾ ਦਰ, ਪ੍ਰੀਤ ਮਾਰਗ, ਫੈਸਲੇ ਦੀ ਘੜੀ, ਜ਼ਿੰਦਗੀ ਵਾਰਸ ਹੈ, ਖੁਸ਼ਹਾਲ ਜੀਵਨ, ਨਵੀਆਂ ਤਕਦੀਰਾਂ ਦੀ ਫੁੱਲ ਕਿਆਰੀ, ਇਹ ਜੱਗ ਸਾਡਾ, ਅਸਮਾਨੀ ਮਹਾਨਦੀ। ਇਹ ਅਨੁਵਾਦ ਹੈ ਜੀ ਉਹਨਾਂ ਦਾ। ਜ਼ਿੰਦਗੀ ਦੇ ਰਾਹ, ਇਹ ਉਹਨਾਂ ਦਾ ਅਨੁਵਾਦ ਹੈ। ਅਜਿਹਾ ਲੇਖਕ ਰਿਹਾ ਜੀ ਗੁਰਬਖਸ਼ ਸਿੰਘ, ਜਿਹਨੇ ਗੁਣਾਤਮਕ ਤਾਂ ਲਿਖੇ ਗੁਣਾਤਮਕ ਵੀ ਉਹਨਾਂ ਦਾ ਜਿਹੜੀ ਕੁਆਲਿਟੀ ਦੇ ਨਾਲ ਨਾਲ ਕੁਆਂਟਿਟੀ ਵੀ ਬਹੁਤ ਜ਼ਿਆਦਾ ਜੀ। ਉਹਨਾਂ ਨੇ ਹਰ ਇੱਕ ਜਿਹੜਾ ਵਿਧਾ ਹੈਗੀ ਉਹਦੇ ਉੱਪਰ ਪੂਰਾ ਖੁੱਲ੍ਹ ਕੇ ਰਚਨਾ ਕੀਤੀ ਹੈ। ਸਾਡਾ ਜਿਹੜਾ ਸਿਲੇਬਸ ਹੈ ਜੀ ਉਹਨਾਂ ਦਾ ਸੰਬੰਧ ਹੈ ਸਿਲੇਬਸ ਦੇ ਵਿੱਚ ਗੁਰਬਖਸ਼ ਸਿੰਘ ਨੂੰ ਆਪਾਂ ਨਿਬੰਧਕਾਰ ਔਰ ਕਹਾਣੀਕਾਰ ਦੇ ਤੌਰ 'ਤੇ ਪੜ੍ਹ ਰਹੇ ਹਾਂ। ਇਸ ਲਈ ਇਹ ਜਿਹੜੇ ਇਹਨਾਂ ਦੇ ਨਿਬੰਧ ਸੰਗ੍ਰਹਿ ਹੈਗੇ ਉਹਨਾਂ ਦੇ ਬਾਰੇ 'ਚ ਤੁਸੀਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਹ ਜਿਹੜੀਆਂ ਵਾਰਤਕ ਦੀਆਂ ਉਹਨਾਂ ਦੀਆਂ ਰਚਨਾਵਾਂ ਜੀ, ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਇਹਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਤੁਹਾਡੇ ਲਈ ਆ ਸਕਦੇ ਆ। ਤਾਂ ਗੱਲ ਕਰ ਰਹੇ ਸੀ ਗੁਰਬਖਸ਼ ਸਿੰਘ ਹੋਰਾਂ ਦੀ। ਤਾਂ ਉਹਨਾਂ ਨੇ ਲਿਖਣਾ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਜਦੋਂ ਉਹ ਰਹਿ ਰਹੇ ਸੀਗੇ, ਉੱਥੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ। ਉਹ ਤੋਂ ਬਾਅਦ ਕਿਉਂਕਿ ਉਹਨਾਂ ਦਾ ਇਹ ਵਿਸ਼ਵਾਸ ਸੀਗਾ ਕਿ ਮਨੁੱਖ ਨੂੰ ਇੱਕ ਸੰਤੁਲਿਤ ਸ਼ਖਸੀਅਤ ਦੇ ਤੌਰ 'ਤੇ ਦੇਖਣਾ ਚਾਹੁੰਦਾ। ਠੀਕ ਹੈ, ਮਨੁੱਖ ਆਪਣੀ ਸ਼ਖਸੀਅਤ ਦੇ ਵਿਕਾਸ ਵੱਲ ਧਿਆਨ ਦੇਵੇ ਅਤੇ ਜਿਹੜਾ ਉਹਦੀਆਂ ਮੁਸ਼ਕਲਾਂ ਹੈਗੀਆਂ, ਬਾਕੀ ਜਿੰਨੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ, ਉਹਨਾਂ ਦਾ ਆਪਣੇ ਆਪ ਹੱਲ ਹੋਣਾ ਸ਼ੁਰੂ ਹੋ ਜਾਂਦਾ ਜੇ ਮਨੁੱਖ ਆਪਣੀ ਸ਼ਖਸੀਅਤ ਦੇ ਵਿਕਾਸ ਵੱਲ ਧਿਆਨ ਦੇਵੇ। ਪਰ ਦਿੱਕਤ ਇਹ ਸੀਗੀ ਕਿ ਮਨੁੱਖ ਆਪਣੀ ਸ਼ਖਸੀਅਤ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਵੱਲ ਜਿਹੜਾ ਉਹ ਧਿਆਨ ਦੇ ਰਿਹਾ। ਤੋ ਗੁਰਬਖਸ਼ ਸਿੰਘ ਦਾ ਇਹ ਚੀਜ਼ ਹੈਗੀ ਕਿ ਉਹਦੀਆਂ ਜਿੰਨੀਆਂ ਵੀ ਉਹਨੇ ਰਚਨਾਵਾਂ ਲਿਖੀਆਂ ਹੈਗੀਆਂ, ਉਹ ਸਾਰਾ ਹੀ ਉਹਦਾ ਜਿਹੜਾ ਇਹ ਮਾਸਿਕ ਪੱਤਰ ਪ੍ਰੀਤਲੜੀ ਸੀਗਾ ਜੀ, ਉਹਦੇ ਵਿੱਚ ਛਪਦੀਆਂ ਹੁੰਦੀਆਂ ਸੀ ਅਤੇ ਉਹਨਾਂ ਦਾ ਸੰਕਲਨ ਜਿਹੜਾ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਹੋਇਆ ਹੈ। ਅਤੇ ਅੱਗੇ ਗੱਲ ਕਰਦੇ ਹਾਂ ਜੀ ਸਵੈ ਜੀਵਨੀਆਂ ਦੇ ਬਾਰੇ 'ਚ। ਸਵੈ ਜੀਵਨੀਆਂ ਔਰ ਜਿਹੜੀਆਂ ਉਹਨਾਂ ਨੇ ਯਾਦਾਂ ਲਿਖੀਆਂ। ਸਵੈ ਜੀਵਨੀ ਹੈ ਜੀ ਮੇਰੀਆਂ ਭੁੱਲ ਯਾਦਾਂ, 1959 ਦੇ ਵਿੱਚ ਲਿਖੀ। ਮੰਜ਼ਿਲ ਦਿਸ ਪਈ, 1964 ਦੇ ਵਿੱਚ। ਸਵੈ ਜੀਵਨੀ ਵਾਲਾ ਵੀ ਜਿਹੜਾ ਸਾਡੇ ਸਿਲੇਬਸ ਦੇ ਨਾਲ ਸੰਬੰਧਿਤ ਹੈ ਜੀ, ਇਹਨੂੰ ਯਾਦ ਰੱਖਣਾ। ਉਹ ਤੋਂ ਬਿਨਾਂ ਮੇਰੀ ਜੀਵਨ ਕਹਾਣੀ ਹੈ, ਇਹ ਉਹਨਾਂ ਦੀ ਸਵੈ ਜੀਵਨੀ ਹੈ। ਇਹ 2 ਭਾਗਾਂ ਦੇ ਵਿੱਚ ਲਿਖੀ ਹੋਈ ਹੈ ਜੀ ਮੇਰੀ ਜੀਵਨ ਕਹਾਣੀ। 3 ਭਾਗਾਂ ਦੇ ਵਿੱਚ ਹੈ ਮੇਰੀ ਜੀਵਨ ਕਹਾਣੀ। ਇਸ ਤੋਂ ਇਲਾਵਾ ਚਿੱਠੀਆਂ ਜੀਤਾਂ ਦੇ ਨਾਂ, ਇਹ ਵੀ ਜਿਹੜੀ ਹੈ ਉਹਨਾਂ ਦੀ ਜੀਵਨੀ ਦਾ ਹੀ ਅੰਸ਼ ਅਸੀਂ ਕਹਿ ਸਕਦੇ ਹਾਂ। ਅੱਗੇ ਉਹਨਾਂ ਦੇ ਨਾਵਲ ਹੈ ਜੀ, 2 ਨਾਵਲ ਜਿਹੜੇ ਆ ਉਹਨਾਂ ਦੇ, ਰੁੱਖਾਂ ਦੀ ਜਿਰਾਂਦ, ਅਣਵਿਆਹੀ ਮਾਂ, ਇਹ 2 ਨਾਵਲ ਹੈ। ਗੁਰਬਖਸ਼ ਸਿੰਘ ਦਾ ਇਹ ਵਿਸ਼ਵਾਸ ਸੀਗਾ ਜੀ ਕਿ ਪ੍ਰੇਮ ਜਿਹੜਾ ਹੈ, ਪ੍ਰੀਤ, ਜਿੱਦਾਂ ਪ੍ਰੀਤਲੜੀ ਦੀ ਅਸੀਂ ਗੱਲ ਕਰਦੇ ਕਿ ਪ੍ਰੇਮ ਅਜਿਹਾ ਜਜ਼ਬਾ ਹੈਗਾ ਜਿਹਦੇ ਮਾਧਿਅਮ ਦੇ ਨਾਲ ਮਨੁੱਖ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦਾ। ਅਤੇ ਉਹ ਕਿਹਾ ਕਰਦਾ ਸੀ ਜੀ ਕਿ ਪ੍ਰੇਮ ਜਿਹੜਾ ਉਹ ਇੱਦਾਂ ਦਾ ਪ੍ਰੀਤ ਹੈ, ਅਜਿਹਾ ਜਲਵਾ, ਇਹ ਪ੍ਰੀਤ ਕੋਈ ਮੁਲਕ ਨਹੀਂ ਵੇਖਦੀ, ਕੌਮ ਨਹੀਂ ਵੇਖਦੀ, ਲਹੂ ਨਹੀਂ ਵੇਖਦੀ, ਜਿੱਥੇ ਜੀ ਆਵੇ, ਜਿਹਦੇ ਨਾਲ ਜੀ ਆਵੇ, ਆਪਣੀਆਂ ਪੁਸ਼ਪ ਕੜੀਆਂ ਨਾਲ ਜਕੜ ਦਿੰਦੀ ਹੈ। ਠੀਕ ਹੈ ਜੀ, ਇਸ ਲਈ ਉਹਦਾ ਜਿਹੜਾ ਪ੍ਰੀਤ ਦੇ ਵਿੱਚ ਬਹੁਤ ਜ਼ਿਆਦਾ
ਵਿਸ਼ਵਾਸ ਉਹਨਾਂ ਦਾ ਸੀ ਪ੍ਰੀਤ ਦੇ ਵਿੱਚ। ਅੱਗੇ ਕਹਾਣੀਆਂ ਦੀ ਗੱਲ ਕਰ ਲਈਏ ਉਹਨਾਂ ਦੀਆਂ। ਇਹਨਾਂ ਦੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ ਜੀ। ਕਹਾਣੀ ਸੰਗ੍ਰਹਿ ਨਾਗਪ੍ਰੀਤ ਦਾ ਜਾਦੂ 1940। ਹੁਣ ਇਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਹੈ ਜੀ ਕਿ ਪ੍ਰੀਤ ਜਿਹੜਾ ਸ਼ਬਦ ਹੈ ਉਹਦੀ ਉਹ ਵਾਰ-ਵਾਰ ਜਿਹੜੀ ਵਰਤੋਂ ਕਰਦਾ। ਪੇਪਰ ਦੇ ਨਾਲ ਸੰਬੰਧਿਤ ਜੇ ਅਸੀਂ ਚੀਜ਼ ਨੂੰ ਦੇਖੀਏ ਤਾਂ ਤੁਹਾਡੇ ਲਈ ਕਾਫੀ ਆਸਾਨ ਰਹੇਗਾ ਕਿ ਜਿੱਥੇ ਪ੍ਰੀਤ ਸ਼ਬਦ ਆਏਗਾ ਤੇ ਉਹ ਜ਼ਿਆਦਾਤਰ ਕਹਾਣੀ ਸੰਗ੍ਰਹਿ ਜਿਹੜੇ ਆ ਗੁਰਬਖਸ਼ ਸਿੰਘ ਹੋਰਾਂ ਦੇ ਹੋਣਗੇ। ਅਨੋਖੇ ਤੇ ਇਕੱਲੇ 1940 ਦੇ ਵਿੱਚ ਛਪਿਆ ਜੀ। ਅਸਮਾਨੀ ਮਹਾਨਦੀ ਇਹ ਵੀ 1940। ਵੀਣਾ ਵਿਨੋਦ 1942। ਪ੍ਰੀਤਾਂ ਦੀ ਪਹਿਰੇਦਾਰ 1946। ਪ੍ਰੀਤ ਕਹਾਣੀਆਂ 1950। ਸ਼ਬਨਮ 1955। ਭਾਬੀ ਮੈਨਾ 1956। ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ 1959। ਜ਼ਿੰਦਗੀ ਵਾਰਸ ਹੈ 1960। ਇੱਕ ਰੰਗ ਸਹਿਕਦਾ ਦਿਲ 1970। ਅੱਗੇ ਗੱਲ ਨਾਟਕਾਂ ਦੀ ਕਰਦੇ ਹਾਂ ਜੀ। ਜਿਹੜੇ ਨਾਟਕ ਲਿਖੇ ਉਹਨਾਂ ਨੇ ਰਾਜਕੁਮਾਰੀ ਲਲਿਤਾ ਤੇ ਹੋਰ ਪ੍ਰੀਤ ਡਰਾਮੇ, ਪ੍ਰੀਤ ਮੁਕਟ, ਪੂਰਬ ਪੱਛਮ, ਸਾਡੀ ਹੋਣੀ ਦਾ ਲਿਸ਼ਕਾਰ। ਬਾਲ ਸਾਹਿਤ ਦੀ ਗੱਲ ਕਰ ਲਈਏ ਜੀ। ਜਿੱਦਾਂ ਅਸੀਂ ਬਾਲ ਸੰਦੇਸ਼ ਦੀ ਉਹਨਾਂ ਦੀ ਗੱਲ ਕੀਤੀ ਤੇ ਬਾਲ ਸਾਹਿਤ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਲਮ ਚਲਾਈ ਹੈ। ਇੱਕ ਥੋੜ੍ਹੀ ਜਿਹੀ ਗੱਲ ਐਡ ਕਰ ਦੇਵਾਂ ਕਿ ਪੰਜਾਬੀ ਦੇ ਵਿੱਚ ਜੇ ਕਿਸੇ ਸਾਹਿਤ ਦੇ ਵਿੱਚ ਕਮੀ ਲੱਗਦੀ ਹੈ ਉਹ ਬਾਲ ਸਾਹਿਤ ਹੈ। ਬਾਲ ਸਾਹਿਤ ਦੇ ਵਿੱਚ ਬਹੁਤ ਘੱਟ ਕੰਮ ਹੋਇਆ ਪੰਜਾਬੀ ਦੇ ਵਿੱਚ। ਜੇ ਤੁਹਾਡੇ ਵਿੱਚੋਂ ਵੀ ਕੋਈ ਸਾਹਿਤ ਰਚਨਾ ਕਰਨ ਵਾਲਾ ਹੋਵੇ ਤਾਂ ਉਹਨਾਂ ਨੂੰ ਬਾਲ ਸਾਹਿਤ ਦੇ ਉੱਪਰ ਜ਼ਰੂਰ ਲਿਖਣਾ ਚਾਹੀਦਾ। ਬਾਲ ਸਾਹਿਤ ਇੱਕ ਇੱਦਾਂ ਦੀ ਚੀਜ਼ ਹੈ ਜਿਹਦੇ ਵਿੱਚ ਪੰਜਾਬੀ ਦੇ ਵਿੱਚ ਕਾਫੀ ਕਮੀ ਨਜ਼ਰ ਆਉਂਦੀ ਹੈ। ਚਲੋ ਆਪਾਂ ਗੁਰਬਖਸ਼ ਸਿੰਘ ਉਹਨਾਂ ਦੀ ਗੱਲ ਕਰ ਲਈਏ ਜੀ। ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਜੁੱਗਾਂ ਪੁਰਾਣੀ ਗੱਲ, ਇਹ ਉਹਨਾਂ ਦੀਆਂ ਬਾਲ ਸਾਹਿਤ ਦੀਆਂ ਪੁਸਤਕਾਂ ਹੈ ਜੀ। ਅਨੁਵਾਦ ਜਿਹੜੇ ਉਹਨਾਂ ਨੇ ਕੀਤੇ ਆ ਜੀ ਉਹ ਹੈਗੇ ਸੁਪਨੇ, ਆਖਰੀ ਸ਼ਬਦ, ਮੋਲੀਅਰ ਦੇ ਨਾਟਕ, ਮਾਂ, ਗੋਰਕੀ ਦਾ ਜਿਹੜਾ ਲਿਖਿਆ ਹੋਇਆ ਜਿੱਦਾਂ ਅਸੀਂ ਗੱਲ ਕੀਤੀ ਸੀ, ਘਾਹ ਦੀਆਂ ਪੱਤੀਆਂ, ਜ਼ਿੰਦਗੀ ਦੇ ਰਾਹਾਂ ਤੇ, ਇਹ ਉਹਨਾਂ ਦਾ ਅਨੁਵਾਦ ਦਾ ਹੈ ਜੀ ਕੰਮ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਿਬੰਧ ਸੰਗ੍ਰਹਿ ਹੈਗੇ ਜਿਨ੍ਹਾਂ ਦਾ ਅਸੀਂ ਸਲਾਈਡ ਦੇ ਵਿੱਚ ਜ਼ਿਕਰ ਨਹੀਂ ਹੈ ਜੀ, ਉਹ ਹੈ ਜੀ ਸਾਵੀਂ ਪੱਧਰੀ ਜ਼ਿੰਦਗੀ, ਸਾਵੀਂ ਸੁਧਰੀ ਜ਼ਿੰਦਗੀ। ਇਹ ਦੋ ਅਲੱਗ-ਅਲੱਗ ਹੈ ਜੀ ਜ਼ਿੰਦਗੀ ਨਾਲ। ਇੱਕ ਹੈ ਸਾਵੀਂ ਪੱਧਰੀ ਜ਼ਿੰਦਗੀ ਤੇ ਦੂਜਾ ਹੈ ਸਾਵੀਂ ਸੁਧਰੀ ਜ਼ਿੰਦਗੀ। ਉਹ ਤੋਂ ਬਿਨਾਂ ਹੈ ਜੀ ਚੰਗੇਰੀ ਦੁਨੀਆ, ਭਖਦੀ ਜੀਵਨ ਚੰਗਿਆੜੀ, ਨਵੀਂ ਤਕੜੀ ਦੁਨੀਆ, ਰੀਝਾਂ ਦੀ ਖੱਡੀ, ਦੁਨੀਆ ਇੱਕ ਮਹਿਲ ਹੈ, ਜ਼ਿੰਦਗੀ ਦੀ ਕਵਿਤਾ। ਤੁਸੀਂ ਨੋਟ ਕਰ ਲੈਣਾ ਜੀ ਜ਼ਰੂਰ ਇਹਨਾਂ ਨੂੰ ਕਾਪੀ ਪੈਨ ਲੈ ਕੇ, ਤੁਹਾਨੂੰ ਯਾਦ ਰਹੇਗਾ। ਸਰਪੱਖੀ ਨਾਇਕ, ਨਵਾਂ ਸ਼ਿਵਾਲਾ ਦੀ ਅਸੀਂ ਗੱਲ ਕਰ ਲਈ ਸੀ ਸਲਾਈਡ ਦੇ ਵਿੱਚ। ਸਵੈ ਪੂਰਨਤਾ ਦੀ ਲਗਨ, ਦੁਨੀਆ ਦੇ 13 ਸੁਪਨੇ, ਇਹ ਵੀ ਸਾਡਾ ਇਹਦੇ ਵਿੱਚ ਗੱਲ ਹੋ ਗਈ ਸੀ ਨਿਬੰਧ ਸੰਗ੍ਰਹਿਾਂ ਦੇ ਬਾਰੇ ਦੇ ਵਿੱਚ ਅਸੀਂ ਜਦੋਂ ਕਰ ਰਹੇ ਸੀ। ਕੁਦਰਤੀ ਮਜ਼ਹਬ, ਜ਼ਿੰਦਗੀ ਦੀ ਰਾਸ ਅਤੇ ਖੁੱਲ੍ਹਾ ਦਰ, ਇਹ ਕੁਛ ਹੈਗੇ ਆ। ਸ਼ਬਦਾਵਲੀ ਦੀ ਗੱਲ ਕਰ ਲਈਏ ਜੀ। ਭਾਸ਼ਾ ਦੀ, ਭਾਸ਼ਾ ਜਿਹੜੀ ਹੈਗੀ ਹੈ ਜੀ ਉਹਨਾਂ ਦੀ ਉਹ ਮਾਝੀ ਦਾ ਪ੍ਰਭਾਵ ਉਹਦੇ ਉੱਪਰ ਰਹਿੰਦਾ, ਪਰ ਜ਼ਿਆਦਾਤਰ ਉਹਨਾਂ ਦੇ ਨਿਬੰਧ ਜਿਹੜੇ ਹੈਗੇ ਉਹਨਾਂ ਦੇ ਵਿੱਚ ਅੰਗਰੇਜ਼ੀ ਔਰ ਫਾਰਸੀ ਜਿਹੜੇ ਸ਼ਬਦ ਹੈ ਉਹਨਾਂ ਦਾ ਉਹ ਕਾਫੀ ਜ਼ਿਆਦਾ ਇਸਤੇਮਾਲ ਕਰਦੇ ਹੈ। ਤੇ ਪਾਠਕਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਉਹਨਾਂ ਨਾਲ ਲਿੰਗ, ਇਖਲਾਕ, ਪ੍ਰੇਮ ਬਾਰੇ ਨਿਝੱਕ ਜਿਹੜੀਆਂ ਉਹਨਾਂ ਦੀਆਂ ਗੱਲਾਂ ਹੁੰਦੀਆਂ, ਮਤਲਬ ਉਹ ਇਹਨਾਂ ਗੱਲਾਂ ਨੂੰ ਕਰਨ ਵੇਲੇ ਝਿਜਕਦਾ ਨਹੀਂ ਹੈਗਾ। ਜਿਹੜੇ ਇਸ ਤਰ੍ਹਾਂ ਦੇ ਵਿਸ਼ੇ ਹੈਗੇ ਲਿੰਗ, ਇਖਲਾਕ ਔਰ ਪ੍ਰੇਮ ਦੇ। ਤੇ ਅੰਗਰੇਜ਼ੀ ਔਰ ਫਾਰਸੀ ਦਾ ਜਿਹੜਾ ਪ੍ਰਭਾਵ ਰਹਿੰਦਾ ਜੀ। ਸ਼ੈਲੀ ਦੀ ਗੱਲ ਕਰੀਏ ਜੀ, ਬੱਝਵੀਂ ਔਰ ਗੁੰਦਵੀਂ ਜਿਹੜੀ ਉਹਨਾਂ ਦੀ ਸ਼ੈਲੀ ਹੁੰਦੀ ਹੈ ਤੇ ਕਾਫੀ ਜ਼ਿਆਦਾ ਪਾਠਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਾਲੀ ਸ਼ੈਲੀ ਹੈ। ਜੇ ਗੁਰਬਖਸ਼ ਸਿੰਘ ਨੂੰ ਆਪਾਂ ਜਿੱਦਾਂ ਨਾਵਲਕਾਰੀ ਦੇ ਵਿੱਚ ਨਾਨਕ ਸਿੰਘ ਦਾ ਨਾਮ ਹੈ ਜੀ, ਇਸੇ ਤਰ੍ਹਾਂ ਨਿਬੰਧਕਾਰੀ ਦੇ ਵਿੱਚ, ਨਿਬੰਧ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਜਿਹੜਾ ਗੁਰਬਖਸ਼ ਸਿੰਘ ਹੈਗਾ। ਤੇ ਜਿਹੜਾ ਉਹਦੀਆਂ ਲਿਖਤਾਂ ਸੀਗੀਆਂ ਜੀ, ਪ੍ਰੀਤ ਲੜੀ ਜਿਹੜਾ ਉਹਦਾ ਰਸਾਲਾ ਸੀਗਾ, ਉਹਦੇ ਰਾਹੀਂ ਉਹ ਘਰ ਘਰ ਤੱਕ ਪਹੁੰਚੀਆਂ। ਇਹਨਾਂ ਨੂੰ ਬੜਾ ਸਤਿਕਾਰ ਮਿਲਿਆ ਜੀ। ਤੇ ਅਮਰੀਕਾ ਦਾ ਜਿਹੜਾ ਜੀਵਨ ਸੀਗਾ ਉਸ ਜੀਵਨ ਦਾ ਜਿਹੜਾ ਹਰ ਜਗ੍ਹਾ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਅਸਰ ਨਜ਼ਰ ਆਉਂਦਾ, ਕਿਉਂਕਿ ਜਿਹੜੇ ਅਮਰੀਕਨ ਲੋਕਾਂ ਦਾ ਖੁੱਲ੍ਹਾ ਆਜ਼ਾਦ ਸੁਭਾਅ ਹੈਗਾ ਉਹੀ ਚੀਜ਼ ਜਿਹੜੀ ਹੈ ਉਹ ਇਹਦੀ ਚਾਹ ਨਜ਼ਰ ਆਉਂਦੀ ਹੈ ਗੁਰਬਖਸ਼ ਸਿੰਘ ਦੀ। ਇਹ ਤੋਂ ਇਲਾਵਾ ਜਿਹੜਾ ਸੋਵੀਅਤ ਸੰਘ ਹੈ, ਰੂਸ ਦਾ ਸਮਾਜਵਾਦ ਹੈ ਔਰ ਜਾਂ ਫਰਾਇਡ ਦਾ ਜੋ ਮਨੋਵਿਗਿਆਨ ਦਾ ਸਿਧਾਂਤ ਹੈ, ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਹੈ ਉਹ ਇਹਦੀ ਨਿਬੰਧਕਾਰੀ ਦੇ ਵਿੱਚ ਨਜ਼ਰ ਆਉਂਦਾ। ਤੋ ਐਂਡ ਨੂੰ ਇਹ ਕਹਿ ਸਕਦੇ ਹਾਂ ਜੀ ਟੋਟਲ ਕੁੱਲ ਮਿਲਾ ਕੇ ਉਹਨਾਂ ਦੇ ਨਿਬੰਧ ਜਿੰਨੇ ਵੀ ਹੈਗੇ ਆ ਉਹਨਾਂ ਦਾ ਕੇਂਦਰੀ ਧੁਰਾ ਉਹ ਪ੍ਰੀਤ ਹੀ ਰਿਹਾ ਹੈ। ਵਾਰਤਕ ਦੇ ਵਿੱਚ ਇਹ ਕਿਹਾ ਜਾਂਦਾ ਜੀ ਕਿ ਉਹਨਾਂ ਨੇ ਲਗਭਗ 26 ਪੁਸਤਕਾਂ ਦੀ ਜਿਹੜੀ ਉਹ
रचना की है, जिन्हां दा असीं जिक्र कर चुके हैं जी। ते विषय जिहड़े रहे आ रब, धर्म, किस्मत, लिंग संबंध, सुतंत्र प्यार, राजनीति, राष्ट्रवाद, संप्रदायिकता, समाजवाद, सामवाद, अंतरराष्ट्रवाद, हिंसा, अहिंसा, इस तरह के सारे जिहड़े विषय है उन्हां नूं अपने निबंधां दे विच उन्हां ने समेटण की कोशिश की है। जिद्दां मैं इन्हां नूं कहा सीगा शब्दां दा इंजीनियर, ते बहुत सारे विद्वान जिहड़े आ इन्हां नूं शब्दां दा जादूगर भी कहंदे आ। शब्दां दा जादूगर जिहड़ा ओह कह दईए तां उन्हां नूं अतकथनी नहीं होगी। 1935 तो पहला जिहड़ा पंजाबी दा ਸਾਹਿਤ है जी ਉਹਦੇ ਉੱਪਰ ਭਾਈ ਵੀਰ ਸਿੰਘ ਛਾਇਆ ਰਿਹਾ। जिस तरह उस तरह 1935 तो जिहड़ा बाद दा ਸਾਹਿਤ होया ਉਹਦੇ ਉੱਪਰ गुरबख्श सिंह प्रीतलड़ी जिहड़ा ਉਹ ਛਾਇਆ ਰਿਹਾ। ਉਹਦੇ ਜਿਹੜਾ ਅਸਰ ਦੇਖਣ ਨੂੰ ਮਿਲਿਆ, ਉਹਦਾ ਪ੍ਰਭਾਵ ਦਹਾਕਿਆਂ ਤੱਕ ਪੰਜਾਬੀ ਸਾਹਿਤ ਦੇ ਉੱਪਰ ਰਿਹਾ। ਉਹ ਐਦਾਂ ਦਾ ਸਮਰੱਥ ਸ਼ੈਲੀਕਾਰ ਹੈ ਜੀ ਕਿ ਜਿਹੜੀ ਪੁਸਤਕ ਉਹਦੀ ਛਪਦੀ ਸੀਗੀ ਉਹ ਤੋਂ ਪਹਿਲਾਂ ਬੇਸ਼ੱਕ ਉਹ ਪ੍ਰੀਤਲੜੀ ਰਸਾਲੇ ਦੇ ਰਾਹੀਂ ਲੋਕਾਂ ਤੱਕ ਪਹੁੰਚ ਜਾਂਦੀ ਸੀਗੀ, ਫਿਰ ਵੀ ਜਿਹੜੇ ਲੋਕਾਂ ਦੇ ਅੰਦਰ ਚਾਹ ਰਹਿੰਦੀ ਸੀ ਉਹਨਾਂ ਦੇ ਪੁਸਤਕਾਂ ਨੂੰ ਪੜ੍ਹਨ ਦੀ। ਔਰ ਇਹ ਤੋਂ ਇਲਾਵਾ ਜਿਹੜੇ ਦਹਾਕਿਆਂ ਤੱਕ ਲੇਖਕ ਹੋਏ ਆ ਪੰਜਾਬੀ ਦੇ ਵਿੱਚ ਜਿਨ੍ਹਾਂ ਨੇ ਵਾਰਤਕ ਦੇ ਵਿੱਚ ਨਿਬੰਧ ਦੇ ਵਿੱਚ ਲਿਖਿਆ, ਉਹਨਾਂ ਦੇ ਉੱਪਰ ਗੁਰਬਖਸ਼ ਸਿੰਘ ਦਾ ਅਸਰ ਰਿਹਾ ਹੈ। ਜਿੱਦਾਂ ਅਸੀਂ ਭਾਈ ਵੀਰ ਸਿੰਘ ਦੀ ਗੱਲ ਕੀਤੀ, ਜਿਹੜਾ ਸ਼ੁਰੂਆਤੀ ਦੌਰ ਸੀਗਾ ਵੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਹੀ ਕਵਿਤਾ ਉਹੀ ਸਟਾਈਲ ਜਿਹੜਾ ਬਹੁਤ ਸਮੇਂ ਤੱਕ ਜਿਹੜਾ ਪੰਜਾਬੀ ਸਾਹਿਤ ਦੇ ਅੰਦਰ ਨਜ਼ਰ ਆਇਆ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਦੀ ਜਿਹੜੀ ਰਚਨਾ ਹੈ ਉਹਨਾਂ ਦਾ ਜਿਹੜਾ ਅਸਰ ਹੈ ਉਹ ਵੀ ਦਹਾਕਿਆਂ ਤੱਕ ਜ਼ਰੂਰ ਨਜ਼ਰ ਆਉਂਦਾ ਰਿਹਾ ਪੰਜਾਬੀ ਨਿਬੰਧਕਾਰੀ ਦੇ ਵਿੱਚ। ਠੀਕ ਹੈ ਜੀ। ਤੇ ਨਿਬੰਧ ਕਲਾ ਦੇ ਵਿੱਚ ਉਹਨਾਂ ਦੀ ਜਿਹੜੀ ਖਾਸੀਅਤ ਹੈਗੀ ਹੈ ਜੀ ਉਹ ਸ਼ਬਦ ਹੈਗੇ ਜੀ ਉਹਨਾਂ ਦੇ, ਔਰ ਉਹਨਾਂ ਦੀ ਸੁੰਦਰਤਾ ਔਰ ਸ਼ੈਲੀ ਦੇ ਨਾਲ ਜਿਹੜਾ ਉਹਨਾਂ ਨੂੰ ਅਜਿਹੀ ਚਮਕ ਦਿੰਦਾ ਹੈ ਗੁਰਬਖਸ਼ ਸਿੰਘ ਕਿ ਸਿੱਧੇ ਸੀਨੇ ਦੇ ਵਿੱਚ ਉਤਰਨ ਵਾਲੀ ਗੱਲ ਹੁੰਦੀ ਹੈ, ਸ਼ਬਦਾਂ ਨੂੰ ਲੈ ਕੇ ਜਾਂਦਾ ਹੈ। ਉਹਦਾ ਦ੍ਰਿਸ਼ਟੀਕੋਣ ਜਿਹੜਾ ਉਹ ਕੱਟੜਤਾ ਤੋਂ ਬਿਲਕੁਲ ਰਹਿਤ ਹੈ, ਕਿਤੇ ਵੀ ਕੱਟੜਤਾ ਨਜ਼ਰ ਨਹੀਂ ਆਉਂਦੀ, ਹਮੇਸ਼ਾ ਵਿਵੇਕਸ਼ੀਲ ਹੁੰਦੀ ਹੈ ਔਰ ਸੁਹਜਵਾਦੀ ਸੰਕਲਪ ਹੁੰਦੇ ਆ। ਮਤਲਬ ਪੜ੍ਹਨ ਵਾਲੇ ਨੂੰ ਆਨੰਦ ਦੇਣ ਵਾਲੇ ਜਿਹੜੇ ਉਹਨਾਂ ਦੇ ਸੰਕਲਪ ਉਹ ਰਹੇ ਆ। ਵਹਿਮਾਂ ਭਰਮਾਂ ਜਿਹੜੀਆਂ ਪੁਰਾਣੀਆਂ ਜੀਵਨ ਦੀਆਂ ਕੀਮਤਾਂ ਉਹਨਾਂ ਦਾ ਉਹਨੇ ਬਿਲਕੁਲ ਖੰਡਨ ਕੀਤਾ ਜੀ, ਔਰ ਨਵੇਂ ਯੁੱਗ ਨਵੀਂ ਪੀੜ੍ਹੀ ਦੇ ਅਨੁਕੂਲ ਜਿਹੜੀਆਂ ਮਾਨਵੀ ਕੀਮਤਾਂ ਹੈਗੀਆਂ ਉਹਨਾਂ ਦਾ ਉਹਨੇ ਪ੍ਰਸਾਰ ਕੀਤਾ। ਇਹਦਾ ਕੀ ਰਿਜ਼ਲਟ ਹੋਇਆ ਜੀ? ਫਲਸਰੂਪ ਇਹ ਹੋਇਆ ਜੀ, ਇਹਦਾ ਰਿਜ਼ਲਟ ਇਹ ਨਿਕਲਿਆ ਕਿ ਜਿੰਨੀ ਨਵੀਂ ਪੀੜ੍ਹੀ ਸੀਗੀ, ਮੱਧ ਸ਼੍ਰੇਣੀ ਸੀਗੀ, ਉਹਦੀ ਰਚਨਾ ਜਿਹੜੀ ਹੈ ਉਹਨਾਂ ਦੇ ਅੰਦਰ ਸਥਾਨ ਬਣਾ ਗਈ। ਉਹਨਾਂ ਨੇ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿੰਨੀਆਂ ਉਹਨਾਂ ਦੀਆਂ ਪੁਸਤਕਾਂ ਸੀਗੀਆਂ ਉਹ ਹਰਮਨ ਪਿਆਰੀਆਂ ਹੋਈਆਂ ਉਸ ਪੀੜ੍ਹੀ ਦੇ ਵਿੱਚ। ਜਿਹੜੀਆਂ ਪੁਰਾਣੀਆਂ ਉਹਨਾਂ ਦੀਆਂ ਰੂੜੀਵਾਦ ਸੀਗਾ ਉਹਨੂੰ ਉਹਨੇ ਤਿਆਗ ਦਿੱਤਾ ਗੁਰਬਖਸ਼ ਸਿੰਘ ਨੇ। ਇੱਕ ਐਂਡ ਦੇ ਵਿੱਚ ਥੋੜ੍ਹੀ ਜਿਹੀ ਇਹਨਾਂ ਦੀ ਇੱਕ ਲਾਈਨ ਬੋਲੂੰਗਾ ਮੈਂ, ਜਿਹੜੀ ਉਹਨਾਂ ਦਾ ਜੋ ਪ੍ਰੀਤਲੜੀ ਦਾ ਪ੍ਰਵੇਸ਼ ਅੰਕ ਸੀਗਾ ਉਹਦੇ ਮੁੱਖ ਪੰਨੇ ਦੇ ਉੱਪਰ ਉਹਨੇ ਅੰਕਿਤ ਕੀਤੀ ਸੀ। ਤੇ ਇਹ ਜਿਹੜੀਆਂ ਲਾਈਨਾਂ ਹੈਗੀਆਂ ਇਹ ਉਹਨਾਂ ਦੇ ਸਾਰੇ ਸੰਕਲਪ ਨੂੰ ਸਾਡੇ ਸਾਹਮਣੇ ਰੱਖ ਦਿੰਦੀਆਂ। ਲਾਈਨਾਂ ਸੀਗੀਆਂ ਜੀ ਕਿ ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈ, ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈ, ਪੰਨੇ ਪ੍ਰੀਤ ਲੜੀ ਦੇ ਦੱਸਣ, ਜਿਸ ਵਿੱਚ ਪਰੋਤੀ ਸਭੋ ਸ਼ੈ। ਠੀਕ ਹੈ ਜੀ। ਇਹ ਜਿਹੜੀਆਂ ਲਾਈਨਾਂ ਇਹ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਕਲੀਅਰ ਕਰਦੀਆਂ। ਇੱਕ ਕਾਫੀ ਇਹਨਾਂ ਦਾ ਫੇਮਸ ਰਿਹਾ ਜੀ ਜਿਹੜਾ ਨਿਬੰਧ ਹੈ ਉਹ ਹੈ ਲਿੰਗ ਗਿਆਨ। ਤੁਸੀਂ ਕੋਸ਼ਿਸ਼ ਕਰਿਓ ਜੀ ਜ਼ਰੂਰ, ਜੇ ਤੁਹਾਨੂੰ ਮੌਕਾ ਮਿਲੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕੋਈ ਪੁਸਤਕ ਪੜ੍ਹਨ ਦਾ ਜ਼ਰੂਰ ਪੜ੍ਹਿਓ। ਚੈਨਲ ਨੂੰ ਜੇ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ। ਉਮੀਦ ਕਰਦੇ ਹਾਂ ਜੀ ਬਾਕੀ ਵੀਡੀਓਜ਼ ਦੀ ਤਰ੍ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਏਗੀ। ਮਾਸਟਰ 07 ਐਗਜ਼ਾਮ ਵਾਰੀਅਰ ਫੇਸਬੁੱਕ ਦੇ ਉੱਪਰ ਸਾਡਾ ਪੇਜ ਹੈ ਜੀ, ਉਹਨੂੰ ਜ਼ਰੂਰ ਲਾਈਕ ਕਰੋ ਤੇ ਇਸੇ ਤਰ੍ਹਾਂ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ। ਆਪਣੇ ਜਿਹੜੇ ਤੁਹਾਡੇ ਵਿਚਾਰ ਹੈਗੇ ਕਮੈਂਟ ਦੇ ਵਿੱਚ ਜਾਂ ਈਮੇਲ ਰਾਹੀਂ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ। ਕੋਸ਼ਿਸ਼ ਰਹਿੰਦੀ ਹੈ ਜੀ ਕਿ ਤੁਹਾਡੇ ਜਿਹੜੇ ਰਿਸਪੌਂਸ ਆਉਂਦਾ ਉਹਦੇ ਅਕੋਰਡਿੰਗ ਅਸੀਂ ਵੀਡੀਓ ਬਣਾ ਸਕੀਏ। ਜੇ ਕਿਤੇ ਕਮੀ ਹੁੰਦੀ ਹੈ ਕੋਈ ਉਹਨੂੰ ਆਪਾਂ ਸੁਧ ਸਕੀਏ। ਕੋਈ ਚੀਜ਼ ਨੈਗੇਟਿਵ ਲੱਗਦੀ ਹੈ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਕਰੋ। ਤੇ ਕਿਸੇ ਵਿਸ਼ੇ ਦੇ ਉੱਪਰ ਤੁਹਾਨੂੰ ਵੀਡੀਓ ਦੀ ਲੋੜ ਹੈ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੀ। ਅਸੀਂ ਲਗਾਤਾਰ ਵੀਡੀਓਜ਼ ਜਿਹੜੇ ਅਪਲੋਡ ਕਰ ਰਹੇ ਹਾਂ। ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ। ਇਸੇ ਤਰ੍ਹਾਂ ਜੁੜੇ ਰਹੋ ਜੀ। ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।